ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਭਾਗ 15ਵਾਂ। ਸ਼ਲੋਕ ਮਹਲਾ ਪਹਿਲਾ। ਮੁਸਲਮਾਨਾਂ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ। ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ। ਹਿੰਦੂ ਸਲਾਹੀ ਸਲਾਹਿਨ ਦਰਸ਼ਨ ਰੂਪ ਅਪਾਰ। ਤੀਰਥ ਨਾਵੈ ਅਰਚਾ ਪੂਜਾ ਅਗਰ ਬਾਸ ਬਹਿਕਾਰ। ਜੋਗੀ ਸੁਨਤ ਆਵਨ ਜੇਤੇ ਅਲਖ ਨਾਮ ਕਰਤਾਰ। ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਸਤਿਆਂ ਮਨ ਸੰਤੋਖ ਉਪਜੈ ਦੇਣੇ ਕੇ ਵਿਚਾਰ। ਦੇ ਦੇ ਮੰਗੇ ਸੈਂਸਾਂ ਗੁਣਾ ਸੋਭ ਕਰੇ ਸੰਸਾਰ। ਚੋਰਾਂ ਜਾਰਾਂ ਤੇ ਕੁੜਿਆਰਾਂ ਖਰਾਬਾਂ ਵੇਕਾਰ। ਇੱਕ ਹੁੰਦਾ ਖਾਏ ਚੱਲੇ ਐ ਥਾਉ ਤਿੰਨਾ ਵੀ ਕਾਈ ਕਾਰ। ਜਲ ਥਲ ਜੀਆਂ ਪੂਰੀਆਂ ਲੋਆਂ ਆਕਾਰਾ ਆਕਾਰ। ਓਏ ਜੇ ਆਖੇ ਸੂ ਤੂੰ ਹੈ ਜਾਣੇ ਤਿੰਨਾ ਪੀ ਤੇਰੀ ਸਾਰ। ਨਾਨਕ ਭਗਤਾ ਭੁਖ ਸਲਾਹਣ ਸਚ ਨਾਮ ਆਧਾਰ। ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸਾਰ। ਸਤਿਗੁਰ ਸਮਝਾਉਂਦੇ ਆ ਭਾਈ, ਸੰਸਾਰੀ ਧਰਮਾਂ ਦਾ ਇੱਥੇ ਨਕਸ਼ਾ ਦਿਖਾਇਆ ਆਪਾਂ ਨੂੰ, ਔਰ ਧਿਆਨ ਨਾਲ ਸਮਝਣਾ ਆਪਾਂ ਗੁਰੂ ਪਾਤਸ਼ਾਹ ਆਪਾਂ ਨੂੰ ਕੀ ਸਮਝਾ ਰਹੇ ਨੇ। ਕਿੱਥੇ ਕਿੱਥੇ ਕੋਈ ਖੜਾ ਉਹਨਾਂ ਨੂੰ ਫਿਰ ਅੱਗੇ ਚੱਲਣ ਨੂੰ ਪ੍ਰੇਰਿਆ ਉਹਨਾਂ ਨੇ। ਗੁਰੂ ਪਾਤਸ਼ਾਹ ਦੀ ਬੜੀ ਘਾਲ ਕਮਾਈ ਹੈ ਭਾਈ, ਆਪਾਂ ਇਹ ਲੈਣੀ ਹੈ, ਇਹ ਰਹਿਮਤ ਲੈਣੀ ਹੈ। ਸਤਿਗੁਰ ਸਮਝਾਉਂਦੇ ਨੇ, ਮੁਸਲਮਾਨਾਂ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ। ਜਿਵੇਂ ਆਪਣੇ ਮਰਿਆਦਾ ਗੁਰੂ ਘਰਾਂ 'ਚ, ਹਿੰਦੂ ਮਤ 'ਚ, ਮੰਦਰਾਂ 'ਚ, ਬਾਈਬਲ ਈਸਾਈਆਂ ਦੇ ਔਰ ਯੋਗੀਆਂ ਬਾਰੇ ਸਮਝਾਇਆ ਗਿਆ ਆਪਾਂ ਨੂੰ। ਜੋ ਉਸ ਟਾਈਮ ਪ੍ਰਚਲਿਤ ਧਰਮ ਸੀ ਉਹਨਾਂ ਨੂੰ ਸੇਧ ਦਿੱਤੀ ਗੁਰੂ ਭਗਤ ਸਾਹਿਬਾਨਾਂ ਨੇ। ਜਿਨ੍ਹਾਂ ਨੇ ਇਹਨੂੰ ਸੱਤ ਕਰਕੇ ਮੰਨਿਆ ਉਹ ਪਾਰ ਨਿਕਲ ਗਏ। ਹੁਣ ਵੀ ਜਿਹੜੇ ਇਹ ਗੁਰ ਸ਼ਬਦ ਨਾਲ ਜੁੜ ਕੇ ਕੋਈ ਵੀ ਧਰਮ ਹੋ ਸਕਦਾ ਹੈ, ਸਮਝ ਸਕਦਾ ਹੈ ਧਰਮ ਕੀ ਹੈ, ਜਿਹੜੇ ਇਹਨੂੰ ਸਮਝਣਗੇ ਔਰ ਵਿਚਾਰਨਗੇ ਉਹ ਪਾਰ ਨਿਕਲ ਜਾਣਗੇ। ਐਸੀ ਹਰ ਕਥਾ ਹੈ ਭਾਈ, ਸਭ ਤੋਂ ਉੱਤਮ ਹਰ ਕੀ ਕਥਾ। ਕਥਾ ਤਾਂ ਉਦੋਂ ਵੀ ਹੁੰਦੀਆਂ ਸੀਗੀਆਂ, ਪਰ ਆਪਾਂ ਪਿੱਛੇ ਵਿਚਾਰਿਆ, ਉੱਡ ਡਰਾਵਾ ਝਾਟੇ ਪਾਏ ਵੇਖੇ ਲੋਕ ਹੱਸੇ ਕਰ ਜਾਏ, ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ। ਹੁਣ ਵੀ ਉਹੀ ਗੱਲ ਹੈ ਭਾਈ, ਪਰਿਵਰਤਨ ਆ ਗਿਆ, ਵਿਧੀਆਂ ਬਦਲ ਗਈਆਂ, ਖੇਲ ਉਹੀ ਹੈ। ਉੱਥੇ ਹੀ ਖੜਾ ਵਾ ਆਪਦੀ ਮਰਿਆਦਾ ਅਨੁਸਾਰ ਜੋ ਪ੍ਰਚਲਿਤ ਧਰਮ ਨੇ ਚੱਲ ਰਹੇ ਨੇ। ਗੁਰਮਤ ਇਸ ਤੋਂ ਅਗਲੀ ਗੱਲ ਕਰਦੀ ਹੈ ਉਹ ਸੱਚ ਦੁਨੀਆ ਜਿੱਥੋਂ ਆਤਮਾ ਟੁੱਟ ਕੇ ਆਈ ਹੈ। ਸਤਿਗੁਰਾਂ ਨੇ ਸਾਰਿਆਂ ਨੂੰ ਸਮਝਾਇਆ, ਜਿਨ੍ਹਾਂ ਜਿਨ੍ਹਾਂ ਨਾਲ ਉਹਨਾਂ ਦੀ ਵਿਚਾਰ ਹੋਈ ਉਹਨਾਂ ਨੂੰ ਸਮਝਾਇਆ। ਉਹ ਨਕਸ਼ਾ ਆਪਾਂ ਨੂੰ ਦਿਖਾ ਰਹੇ ਨੇ। ਜਿਵੇਂ ਆਪਣੇ ਮਰਿਆਦਾ ਸੁਬਾਹ ਪਾਠ ਕਰਨਾ, ਸ਼ਾਮ ਨੂੰ ਰਾਏ ਰਾਸ, ਗੁਰੂ ਘਰਾਂ ਦੀ ਮਰਿਆਦਾ ਅਨੁਸਾਰ ਜੋ ਕਰਦੇ ਹਾਂ। ਇੱਕ ਆਤਮਾ ਦੀ ਰਹਿਤ ਹੁੰਦੀ ਹੈ, ਇੱਕ ਸਰੀਰ ਦੀ ਰਹਿਤ ਹੁੰਦੀ ਹੈ। ਸਰੀਰ ਦੀ ਰਹਿਤ 'ਚ ਆਪਾਂ
ਜਿਵੇਂ 5 ਆਕਾਰ ਪਾਉਂਦੇ ਆ, ਉਹ ਕਕਾਰ ਜਿਹੜੇ ਗੁਰੂ ਭਗਤ ਸਾਹਿਬਾਨਾਂ ਨੇ ਆਪਾਂ ਨੂੰ ਬਖਸ਼ਿਆ ਕਿਵੇਂ ਕਿਵੇਂ ਮਿਲੇ ਆ। ਚਲੋ ਅੱਜ ਦੀ ਟਾਈਮ ਦੇ ਵਿੱਚ ਜੋ ਆਪਣੇ ਕੋਲੇ ਹੈ ਉਹ ਆਪਣੇ ਧਰਮ 'ਚ ਆਪਾਂ ਪਾਏ ਹੋਏ ਨੇ, ਜਿਹਨੂੰ ਆਪਾਂ ਪੌਲ ਕਹਿੰਦੇ ਹਾਂ, ਅੰਮ੍ਰਿਤ ਛਕਦੇ ਹਾਂ। ਜਿਵੇਂ ਇਵੇਂ ਸਤਿਗੁਰ ਸਮਝਾ ਰਹੇ ਨੇ ਮੁਸਲਮਾਨਾਂ ਬਾਰੇ, ਉਹ ਆਪਦੀ ਵਿਚਾਰ ਦੱਸਦੇ ਨੇ ਕਿਵੇਂ ਕਿਵੇਂ ਪ੍ਰਚਾਰ ਕਰਨਾ। ਜਿਵੇਂ ਉਹ 5 ਟਾਈਮ ਨਮਾਜ਼ਾਂ ਪੜ੍ਹਦੇ ਨੇ, ਸਤਿਗੁਰਾਂ ਨੇ ਉਸ ਟਾਈਮਾਂ 'ਚ ਉਹਨਾਂ ਨੂੰ ਸਮਝਾਇਆ, ਅੱਗੇ ਚੱਲਣ ਨੂੰ ਪ੍ਰੇਰਿਆ। ਇਹ ਸਾਰੇ ਜਿੰਨੇ ਧਰਮ ਨੇ ਮਰਿਆਦਾ 'ਤੇ ਖੜ੍ਹ ਜਾਂਦੇ ਨੇ, ਆ ਕੇ ਸਰੀਰ 'ਤੇ ਖੜ੍ਹਦੇ ਨੇ, ਆ ਕੇ ਸਾਰੇ ਸਰੀਰ ਤੋਂ ਅੱਗੇ ਫਿਰ ਸਾਨੂੰ ਬਾਣੀ ਲੈ ਕੇ ਜਾਂਦੀ ਹੈ। ਜਿੰਨੀਆਂ ਪਿੱਛੇ ਪ੍ਰਚਲਿਤ ਮੱਤਾਂ, ਹਠ ਯੋਗ, ਤਪ ਯੋਗ, ਜੋ ਵੀ ਹੋਇਆ, ਸਾਰੀਆਂ ਭਗਤੀਆਂ ਸਰੀਰ ਦੀਆਂ, ਉਹ 'ਚੋਂ ਹੰਕਾਰ ਪੈਦਾ ਹੋ ਗਿਆ। ਇਸ ਕਰਕੇ ਜੀਵ ਦਾ ਜੰਮਣ ਮਰਨ ਤਾਂ ਛੁਟਕਾਰਾ ਹੋਇਆ ਹੀ ਨਹੀਂ ਗਾ। ਬਾਣੀ ਸਭ ਤੋਂ ਪਹਿਲਾਂ ਦੁੱਖ ਸਾਗਰ 'ਚੋਂ ਕੱਢ ਕੇ ਸਾਨੂੰ ਸੁੱਖ ਸਾਗਰ 'ਚ ਲਿਜਾਂਦੀ ਹੈ, ਜਿੱਥੇ ਬੈਠ ਕੇ ਭਗਤੀ ਕਰ ਸਕਦਾ ਹੈ, ਅੱਗੇ ਆਪਦੇ ਸੱਚਖੰਡ ਨਿਰੰਕਾਰ ਕੇ ਦੇਸ਼ ਜਾ ਸਕਦਾ ਹੈ, ਨਾਮ ਦੀ ਭਗਤੀ ਕਰ ਸਕਦਾ ਹੈ। ਇਹ ਮ੍ਰਿਤ ਲੋਕ ਹੈ, ਮੜੀ ਹੈ, ਇੱਥੇ ਭਾਈ ਕਿਵੇਂ ਭਗਤੀ ਕਰਾਂਗੇ। ਜੇ ਆਪਾਂ ਇਹਨਾਂ ਦੇ ਮਰਿਆਦਾ ਨੂੰ, ਸ਼ਰੀਅਤ ਨੂੰ, ਇਹਨਾਂ ਦੀ ਵਿਚਾਰ ਆਪਾਂ ਲਵਾਂਗੇ ਤਾਂ ਬਹੁਤ ਲੰਬਾ ਸ਼ਬਦ ਹੋ ਜੂ। ਆਪਾਂ ਕੀ ਕਰਨਾ, ਆਪਾਂ ਅੱਗੇ ਉਹ ਲੈਣਾ ਵਾ। ਇਹ ਆਪਦੀ ਮਰਿਆਦਾ ਅਨੁਸਾਰ ਕਰਦੇ ਨੇ। ਇੰਨਾ ਕੁ ਤਾਂ ਆਪਾਂ ਨੂੰ ਪਤਾ ਹੈ ਵੀ ਨਮਾਜ਼ਾਂ ਪੜ੍ਹਦੇ ਨੇ, ਆਪਦੇ ਤੀਰਥ ਬਣਾਏ ਆ ਉਹਨਾਂ ਦੇ, ਉਹਦੀ ਵਿਚਾਰ ਕਰਦੇ ਨੇ। ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਪੜ੍ਹ ਕਰੇ ਵਿਚਾਰ, ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ। ਸਤਿਗੁਰੂ ਸਮਝਾਉਂਦੇ ਨੇ ਭਾਈ, ਬੰਦੇ ਉਹ ਨੇ ਜੀ ਧਰਮ 'ਤੇ ਆ ਕੇ ਵੀ ਸਾਨੂੰ ਸਮਝ ਨਾ ਆਇਆ, ਅਸੀਂ ਦੀਦਾਰ ਕਰਨਾ ਉਹ ਕੁਦਰਤ ਦਾ, ਜਿਹਨੇ ਸ੍ਰਿਸ਼ਟੀ ਬਣਾਈ ਹੈ। ਉਹ ਅੱਲਾ ਦਾ ਕਹਿ ਲਈਏ, ਅਕਾਲ ਪੁਰਖ ਦਾ ਕਹਿ ਲਈਏ, ਪਰਮੇਸ਼ਰ ਦਾ ਕਹਿ ਲਈਏ, ਗੋਡ ਦਾ ਕਹਿ ਲਈਏ। ਉਹੀ ਬੰਦੇ ਨੇ ਜਿਨ੍ਹਾਂ ਦੇ ਅੰਦਰ ਉਹਦੇ ਦੀਦਾਰ ਦੀ ਭੁੱਖ ਹੁੰਦੀ ਹੈ। ਉਹ ਕੌਣ ਹੁੰਦੇ ਨੇ? ਉਹ ਗੁਰਸਿੱਖ ਭਾਵ ਆਤਮਾ ਕਰਕੇ ਹੁੰਦੇ ਨੇ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲਗਾਵੇ ਪਾਰ। ਉਹ ਗੁਰਸਿੱਖ ਆਪਦੇ ਆਪ ਨੂੰ ਭਾਣੇ ਨਾਲ ਬੰਨ੍ਹ ਕੇ ਰੱਖਦੇ ਨੇ, ਹੁਕਮ ਨਾਲ ਬੰਨ੍ਹ ਕੇ ਰੱਖਦੇ ਨੇ, ਉਹ ਦੀਦਾਰ ਕਰਦੇ ਨੇ। ਇੱਕੋ ਜਾਣੇ ਭਗਤ ਕਬੀਰ ਜੀ ਸਮਝਾਉਂਦੇ ਆ, ਨਾਮਦੇਵ ਜੀ ਦਾ ਵੀ ਆਪਾਂ ਸ਼ਬਦ ਲੈ ਲੈਂਦੇ ਹਾਂ, ਜਿਹੜੇ ਇੱਕ ਨੂੰ ਜਾਣ ਲੈਂਦੇ ਨੇ। ਸਭ ਮੇਂ ਸਾਚਾ ਇੱਕੋ ਸੋਈ, ਤਿਸਕਾ ਕੀਆ ਸਭ ਕੇ ਸੋਈ। ਹੁਕਮ ਪਛਾਣੇ, ਜਿਹੜੇ ਹੁਕਮ ਨੂੰ ਪਛਾਣ ਲੈਂਦੇ ਨੇ, ਉਹ ਨੇ ਗੁਰਸਿੱਖ ਨੇ, ਉਹ ਨੇ ਬੰਦੇ। ਉਹ ਕੌਣ ਨੇ? ਉਹ ਕੋਈ ਵੀ ਹੋ ਸਕਦਾ। ਚੌਂ ਵਰਨਾ ਕੋ ਉਪਦੇਸ਼ ਸਾਂਝਾ, ਜੋ ਜੋ ਜਪੇ ਤਿਸ ਕੀ ਗਤ ਹੋਏ। ਬੰਦੇ ਸੇ ਜੇ ਪਵੇਂ ਵਿੱਚ ਬੰਦੀ ਵੇਖਣ ਕੋ ਦੀਦਾਰ, ਜਿਹੜੇ ਆਪਦੇ ਆਪ ਨੂੰ ਹੁਕਮ ਨਾਲ ਵੱਲ ਲੈਂਦੇ। ਆਪਾਂ ਵੀ ਬੰਨਣਾ ਭਾਈ, ਭਾਣੇ 'ਚ ਰਹਿਣਾ ਹੈ, ਫਿਰ ਪਹੁੰਚਾਂਗੇ ਨਾਮ ਤੱਕ, ਹੁਕਮ ਤੱਕ। ਅੱਗੇ ਸਤਿਗੁਰ ਸਮਝਾਉਂਦੇ, ਹਿੰਦੂ ਸਲਾਹੀ ਸਲਾਹ ਦਰਸ਼ਨ ਰੂਪ ਅਪਾਰ। ਹਿੰਦੂ ਮਤ ਦੇ ਵਿੱਚ ਰੂਪ ਦੀ ਪੂਜਾ ਹੈ, ਮੂਰਤੀ ਪੂਜਾ ਹੈ। ਉਹ ਆਪਦੀ ਮਰਿਆਦਾ ਅਨੁਸਾਰ ਚੱਲਦੇ ਨੇ। ਉਹ ਆਪਾਂ ਨੂੰ ਪਤਾ ਹੀ ਆ ਕਿ ਉਹ ਕਿੱਥੇ ਤੱਕ ਆਪਾਂ ਪਹੁੰਚਾਂਗੇ। ਧਰਮ ਫੁੱਲ ਫਲ ਗਿਆਨ। ਫਲ ਤਾਂ ਗਿਆਨ ਤੋਂ ਸ਼ੁਰੂ ਹੋਣਾ ਵਾ। ਧਰਮ ਜਿੰਨੇ ਵੀ ਨੇ ਚੰਗੇ ਕੰਮ ਕਰਨ ਨੂੰ ਪ੍ਰੇਰਦੇ ਨੇ, ਪਰ ਸਾਡੇ 'ਚ ਹੰਕਾਰ ਪੈਦਾ ਹੋ ਜਾਂਦਾ ਹੈ। ਜੇ ਗੁਰਸ਼ਬਦ ਦਾ ਗਿਆਨ ਲੈ ਕੇ ਸੰਤੋਖ ਪੈਦਾ ਹੋਵੇ, ਫਿਰ ਉਹ ਟੁੱਟਦਾ ਨਹੀਂ। ਨਾ ਉਹ ਮਰੈ ਨਾ ਠਾਗੇ ਜਾਏ, ਜਿਨਕੇ ਰਾਮ ਬਸੇ ਮਨ। ਗੁਰਸ਼ਬਦ ਦੇ ਗਿਆਨ ਨਾਲ ਅਸੀਂ ਮਾਇਆ ਪਾਰ ਕਰ ਜਾਂਦੇ ਹਾਂ। ਜਿੰਨੇ ਮਾਇਆ ਦੇ ਵਿੱਚ ਧਰਮ ਨੇ, ਉਹ ਪ੍ਰੇਰਦੇ ਤਾਂ ਹੈ ਸਾਨੂੰ ਚੰਗੇ ਪਾਸੇ, ਪਰ ਸਾਡੀ ਗਿਆਨ ਇੰਦਰੀਆਂ ਦੀ ਡੋਰ ਜਿਹੜੀ ਹੈਗੀ ਹੈ, ਮਾਇਆ ਪਾਰ ਤਾਂ ਕੀਤੀ ਨਹੀਂ ਹੁੰਦੀ। ਉਹ ਨਾਮ ਦੇ ਸਰੋਵਰ ਤੱਕ ਤਾਂ ਜਾਂਦੀ ਨਹੀਂ ਹੈਗੀ। ਉਹ ਟੁੱਟ ਜਾਂਦਾ ਸਾਡਾ ਸੰਤੋਖ। ਕਦੋਂ ਟੁੱਟ ਜਾਂਦਾ ਹੈ? ਜਦੋਂ ਸਾਨੂੰ ਸੰਸਾਰ 'ਚੋਂ ਵਡਿਆਈਆਂ ਮਿਲਣ ਲੱਗ ਜਾਂਦੀਆਂ ਨੇ। ਭੇਖ ਪਾ ਲੈਂਦੇ ਹਾਂ ਅਸੀਂ, ਭੇਖ ਦੇ ਵਿੱਚ ਲੋਕ ਸਾਨੂੰ ਮੰਨਣ ਲੱਗ ਜਾਂਦੇ ਆ, ਸੰਤੋਖ ਸਾਡਾ ਟੁੱਟ ਜਾਂਦਾ। ਸੁਣੀਏ ਸਤ ਸੰਤੋਖ ਗਿਆਨ। ਇਹ ਸੁਣ ਕੇ ਬਾਣੀ ਨੂੰ ਵਿਚਾਰ ਕੇ ਗਿਆਨ ਤੋਂ ਬਾਅਦ ਸੰਤੋਖ ਪੈਦਾ ਹੋਏ, ਇਹਨੂੰ ਕੋਈ ਤੋੜ ਨਹੀਂ ਸਕਦਾ। ਮਾਇਆ ਇਹਨੂੰ ਤੋੜ ਨਹੀਂ ਸਕਦੀ ਹੈਗੀ। ਫਰੀਦਾ ਧਨ ਜੋਬਨ ਵਡਿਆਈਆਂ, ਗਰਭ 'ਚ ਨਾ ਆਗਾ, ਖਾਲੀ ਚੱਲੇ ਧਣੀ ਜਿਉਂ ਟਿੱਬੇ ਮੁਹਾ। ਐਂ ਚਲੇ ਜਾਂਦੇ ਨੇ ਜਿਵੇਂ ਟਿੱਬਿਆਂ 'ਚ ਮੀਂਹ ਪੈਂਦਾ ਹੈ। ਸੰਸਾਰ ਦੀ ਬੜੀਆਂ ਆ ਕੇ ਇੱਥੇ ਸਾਨੂੰ ਨਰਕਾਂ ਨੂੰ ਲੈ ਜਾਂਦੀਆਂ ਨੇ। ਇੱਥੇ ਆਪਦੇ ਹਿੰਦੂ ਧਰਮ ਦੇ ਵਿੱਚ ਇਹਨਾਂ ਦੀ ਮਰਿਆਦਾ ਵਾ।
ਦੇਖਦੇ ਹੀ ਆਪਾਂ ਨੂੰ ਇੰਨਾ ਕੁ ਤਾਂ ਆਪਾਂ ਨੂੰ ਗਿਆਨ ਹੈ। ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ ਅਪਾਰ, ਤੀਰਥ ਨਾਵੇ ਅਰਚਾ ਪੂਜਾ ਅਗਰਵਾਸ ਬਹਿਕਾਰ। ਸੁਗੰਧੀਆਂ ਵਾਲੀਆਂ ਅਗਰਬੱਤੀਆਂ, ਧੂਪਾਂ, ਸਮੱਗਰੀ, ਹਵਨ, ਤੀਰਥਾਂ 'ਤੇ ਜਾਣਾ, ਪੂਜਾ ਕਰਨੀ, ਇਹ ਇਹਨਾਂ ਦੀ ਮਰਿਆਦਾ ਵਾ। ਇਹਦਾ ਨਕਸ਼ਾ ਦਿਖਾਇਆ ਆਪਾਂ ਨੂੰ ਗੁਰੂ ਸਾਹਿਬਾਨਾਂ ਨੇ। ਸਾਨੂੰ ਮੰਦਬੁੱਧੀਆਂ ਨੂੰ ਕਿੱਥੇ ਪਤਾ ਲੱਗਦਾ, ਜਦੋਂ ਉਹਦੀ ਕਿਰਪਾ ਰਹਿਮਤ ਹੁੰਦੀ ਹੈ। ਪਹਿਲਾਂ ਅਸੀਂ ਸਾਰੇ ਇਹੀ ਕੰਮ ਕਰਕੇ ਹੀ ਆਏ ਹਾਂ, ਥੱਲਿਓਂ ਪੌੜੀਆਂ ਚੜ੍ਹਦੇ ਹੀ ਆਏ ਹਾਂ। ਇਹ ਲਾਸਟ ਪੌੜੀ ਆ। ਕੱਲ੍ਹ ਵੀ ਆਪਾਂ ਵਿਚਾਰ ਕੀਤੀ ਸੀ ਪਿੱਛੇ, ਸੇਵਕ ਸੇਵੇ ਕਰਮ ਚੜਾਓ। ਕਰਮ ਤੋਂ ਭਾਵ ਕਿਰਪਾ ਤੋਂ ਬਿਨਾਂ ਕਿਵੇਂ ਚੜਾਂਗੇ ਭਾਈ? ਕਿਰਪਾ ਅਸੀਂ ਲੈਂਦੇ ਨਹੀਂ, ਅਸੀਂ ਤਾਂ ਲੋਕਾਂ 'ਤੇ ਕਿਰਪਾ ਕਰਨ ਲੱਗ ਜਾਂਦੇ ਹਾਂ। ਇਹ ਇਹਨਾਂ ਦੀ ਮਰਿਆਦਾ ਹੈ ਭਾਈ। ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ ਅਪਾਰ, ਤੀਰਥ ਨਾਵੈ ਅਰਚਾ ਪੂਜਾ ਅਗਰਵਾਸ ਬਹਿਕਾਰ। ਤੀਰਥਾਂ 'ਤੇ ਜਾਣਾ, ਇਹ ਇਹਨਾਂ ਦੀ ਮਰਿਆਦਾ ਆ ਗਈ। ਅੱਗੇ ਸਤਿਗੁਰੂ ਸਮਝਾਉਂਦੇ ਨੇ, ਸਿੱਧ ਗੋਸ਼ਟੀ ਵੀ ਹੋਈ ਸੀ ਗੁਰੂ ਪਾਤਸ਼ਾਹ ਦੀ ਜੋਗੀਆਂ ਨਾਲ। ਜੋਗੀ ਸੁਣ ਧਿਆਵਨ ਜੇਤੇ ਅਲੱਖ ਨਾਮ ਕਰਤਾਰ। ਮੰਨਦੇ ਵੀ ਨੇ, ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਕਰਤਾਰ, ਫਿਰ ਵੀ ਆਕਾਸ਼ ਕੰਨੀ ਧਿਆਨ ਲਾਉਂਦੇ। ਕਹਿੰਦੇ ਸਾਨੂੰ ਸਿੱਧਾ ਨਾਦ ਸੁਣਦਾ। ਨਾਦ ਬਾਰੇ ਵੀ ਸਮਝਾਇਆ ਸੀ ਪਿੱਛੇ ਆਪਾਂ, ਸਤਿਗੁਰਾਂ ਨੇ ਵਿਚਾਰ ਕੀਤੀ ਹੈ। ਇਹ ਗਿਆਨ ਦਾ ਸਮੁੰਦਰ ਹੈ ਆਸਾ ਕੀ ਵਾਰ। ਜੋ ਵੀ ਇਹ ਗੁਰੂ ਅਨੁਸਾਰੀ ਚੱਲੂਗਾ, ਭਾਣੇ 'ਚ ਰਹੂਗਾ, ਬਾਣੀ ਨੂੰ ਸਤ ਕਰਕੇ ਮੰਨੂਗਾ, ਉਹਨੂੰ ਗਿਆਨ ਮੁਕਤੀ ਨਾ ਮਿਲੇ, ਐਸਾ ਕਦੇ ਨਹੀਂ ਹੋ ਸਕਦਾ। ਇਹ ਗੁਰੂ ਭਗਤ ਸਾਹਿਬਾਨਾਂ ਦੀ ਆਪਾਂ ਰਹਿਮਤ ਲੈਣੀ ਆ ਭਾਈ, ਫਿਰ ਆਪਾਂ ਹੁਕਮ ਤੱਕ ਪਹੁੰਚਾਂਗੇ। ਜਿਵੇਂ ਅਸੀਂ ਸੰਸਾਰੀ ਜੀਵ ਹਾਂ, ਕਿੱਧਰ ਨੂੰ ਜਾ ਰਹੇ ਹਾਂ? ਨਰਕ ਕੰਨੀ ਨੂੰ, ਢਹਿੰਦੀ ਕਲਾ ਕਰੀ ਨੂੰ ਜਾ ਰਹੇ ਹਾਂ। ਸਾਡਾ ਸੁਭਾਅ ਆ ਲਾਲਚੀ ਹੈ, ਥੱਲੇ ਨੂੰ ਜਾ ਰਹੇ ਹਾਂ। ਹਨੇਰਾ ਹੀ ਆਉਣਾ ਫਿਰ। ਜੇ ਪੈਂਡੇ ਮਹੰਤ ਗੁਬਾਰਾ, ਹਰ ਕਾ ਨਾਮ ਸੰਗ ਹੁਜਾਰਾ। ਹੇ ਜੀਵ, ਕਿੱਧਰ ਨੂੰ ਜਾ ਰਿਹਾ ਤੂੰ? ਜਿੱਧਰ ਨੂੰ ਤੂੰ ਜਾ ਰਿਹਾ ਉਦੋਂ ਤਾਂ ਹਨੇਰਾ ਹੀ ਹਨੇਰਾ ਵਾ। ਜੇ ਆਪਾਂ ਹਰ ਕੀ ਕਥਾ, ਹਰ ਦਾ ਗਿਆਨ, ਗੁਰੂ ਸ਼ਬਦ ਦੀ ਕਿਰਪਾ ਲੈ ਕੇ ਚੱਲਦੇ ਹਾਂ, ਫਿਰ ਚਾਨਣਾ ਹੈ। ਫਿਰ ਸੂਰਜ ਕਨੀ ਨੂੰ ਆਪਾਂ ਚੱਲਾਂਗੇ, ਸੂਰਜ ਤੱਕ ਪਹੁੰਚ ਜਾਂਗੇ, ਰੌਸ਼ਨੀ ਰੌਸ਼ਨੀ ਹੈ ਅੱਗੇ। ਇਵੇਂ ਨਾਮ ਜਿਹੜਾ ਹੁਕਮ ਹੈ ਰੌਸ਼ਨੀ ਹੈ, ਪ੍ਰਕਾਸ਼ ਹੈ। ਪ੍ਰਕਾਸ਼ ਦੀ ਦੁਨੀਆ ਚੱਲਾਂਗੇ, ਉੱਥੇ ਪਹੁੰਚ ਜਾਵਾਂਗੇ। ਜਗਮਗ ਨੂਰ ਹੈ ਸਾਧ ਸੰਗਤੀ ਅਸਥਾਨ, ਜਗਮਗ ਨੂਰ ਹੈ। ਰੌਸ਼ਨਾਈ, ਪ੍ਰਕਾਸ਼ ਰੂਪ। ਜਿੱਧਰੋਂ ਸਾਨੂੰ ਆਵਾਜ਼ ਆ ਰਹੀ ਹੈ, ਕਿੱਧਰ ਬੁਲਾ ਰਹੀ ਹੈ ਬਾਣੀ ਸਾਨੂੰ। ਰੋਜ਼ ਰਹਿ ਰਾਸ ਵੀ, ਕੀਰਤਨ ਸੋਹਲਾ ਵੀ ਕਰਦੇ ਹਾਂ। ਸੱਦਣ ਹਾਰਾ ਸਿਮਰੀਏ ਨਾਨਕ ਸਿੱਧ ਆਵਨ। ਦਿਨ ਤਾਂ ਭੱਜੇ ਆਉਂਦੇ ਨੇ, ਸਾਨੂੰ ਬਾਣੀ ਪੁਕਾਰ ਪੁਕਾਰ ਕੇ ਪ੍ਰੇਰ ਰਹੀ ਹੈ। ਔਧ ਕਟੇ ਦਿਨ ਸਰਨਾਰੇ, ਮਨ ਮਿਲ ਗੁਰ ਕਾ ਸਵਾਰੇ। ਮਨਾ ਗੁਰ ਸ਼ਬਦ ਦੇ ਗਿਆਨ ਨਾਲ ਆਪਦਾ ਕਾਜ ਸਵਾਰ ਲਾ। ਇਹ ਹੁਣ ਦੂਆਂ 'ਤੇ ਸੜਨ ਦਾ ਕੋਈ ਮੇਰਾ ਕਾਜ ਸਵਾਰ ਦੇ, ਐਂ ਕਿਵੇਂ ਹੋਊ ਭਾਈ? ਜਿਹੜੀ ਚੀਜ਼ ਅਸੀਂ ਖਾਧੀ ਹੈ ਉਹਦਾ ਆਧਾਰ ਸਾਨੂੰ ਹੀ ਹੋਊਗਾ, ਦੂਏ ਨੂੰ ਕਿਵੇਂ ਹੋ ਜੂ? ਪਰ ਐਂ ਚੱਲਦਾ ਪਿੱਛੇ ਤੋਂ ਨਹੀਂ ਭਾਈ, ਐਸੀ ਗੱਲ ਨਹੀਂ ਹੈਗੀ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ, ਅੱਗੇ ਆ ਜਾਣਾ ਆਪਾਂ ਨੂੰ। ਜੋਗੀ ਸਿੱਧਾ ਨਾਦ ਸੁਣਨ ਦੀ ਗੱਲ ਕਰਦੇ, ਫਿਰ ਸਿੱਧ ਗੋਸ਼ਟ ਹੋਈ ਸਤਿਗੁਰਾਂ ਦੀ। ਫਿਰ ਜੋਗੀਆਂ ਨੂੰ ਵਿਚਾਰਨਾ ਸਮਝਾਇਆ ਗੁਰੂ ਪਾਤਸ਼ਾਹ ਨੇ ਵੀ ਨਾਦ ਸੁਣਿਆ ਤਾਂ ਜਾਂਦਾ ਹੈ। ਉਹ ਵੀ ਆਕਾਸ਼ ਧਿਆਨ ਲਿਆਉਂਦੇ ਸੀ। ਝੂਠ ਵੀ ਬਹੁਤ ਬੋਲਿਆ ਗਿਆ ਵੀ ਸਿੱਧ ਮੰਡਲੀ ਆ, ਰਾਹ 'ਚ ਅਸੀਂ ਸਣੇ ਸਰੀਰ ਚਲੇ ਜਾਂਦੇ ਹਾਂ। ਪਹਿਲਾਂ ਗਿਆਨਵਾਨ ਹੈ ਨਹੀਂ ਸੀ ਲੋਕ। ਕੁਝ ਧਰਮ ਸੀ, ਜਿਹੜੇ ਜਿੰਨੇ ਵੀ ਹੱਠ ਯੋਗ ਤਪ ਯੋਗ ਸੀ, ਉਹ ਸਾਰੇ ਸਰੀਰ ਕਰਕੇ ਹੀ ਸਹਿਮਤ ਸੀਗੇ। ਸਰੀਰ 'ਚ ਫਿਰ ਕੀ ਮਿਲਣਾ ਸੀ? ਤਪੱਸਿਆ ਵੀ ਜਿਹੜੀ ਕਰਦੇ ਉਹ 'ਚ ਹੰਕਾਰ ਪੈਦਾ ਹੋ ਜਾਂਦਾ, ਗਿਆਨ ਤਾਂ ਹੁੰਦਾ ਨਹੀਂ ਸੀਗਾ। ਇੱਥੇ ਗੁਰ ਸ਼ਬਦ 'ਚੋਂ, ਇਹ ਭਗਤੀ 'ਚੋਂ ਆਪਾਂ ਨੂੰ ਗਿਆਨ ਪੈਦਾ ਹੁੰਦਾ। ਗਿਆਨ ਤੋਂ ਬਿਨਾਂ ਨਹੀਂ ਭਗਤੀ ਹੁੰਦੀ। ਗਿਆਨ ਤੋਂ ਬਿਨਾਂ ਅਸੀਂ ਕਮਲੀਆਂ ਗੱਲਾਂ ਕਰਦੇ ਹਾਂ। ਬਿਨ ਨਾਮੇ ਜਗ ਕਮਲਾ ਫਿਰੇ। ਨਾਮ ਤੋਂ ਬਿਨਾਂ ਅਸੀਂ ਕਮਲੀਆਂ ਗੱਲਾਂ ਕਰੀ ਜਾਂਦੇ ਹਾਂ। ਇਹਨੂੰ ਸਮਾਂ ਆ ਜਾਂਦਾ, ਕਾਲ ਲੈ ਜਾਂਦਾ ਵਾ। ਜੋਗੀਆਂ ਨੂੰ ਸਮਝਾਇਆ, ਨਾਦ ਤਾਂ ਸੁਣਿਆ ਜਾ ਸਕਦਾ ਹੈ ਭਾਈ, ਪਰ ਉਹ ਅੰਦਰੋਂ ਸੁਣਦਾ ਹੈ, ਮਨ ਦੇ ਅੰਦਰ। ਸੁਨ ਸਮਾਦ ਤੈਹਨਦ ਨਾਦ, ਕਹੀ ਨਾ ਜਾਈ ਅਚਰਜ ਬਿਸ਼ਮਾਦ। ਜਿਨ੍ਹਾਂ ਨੇ ਸੁਣ ਲਿਆ ਉਹ ਬਿਆਨ ਨਹੀਂ ਕਰ ਸਕਦੇ, ਉਹਦੇ ਬਾਰੇ ਸਮਝਾ ਸਕਦੇ ਨੇ। ਅਲੱਖ ਨਾਮ ਕਰਤਾਰ, ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਕਾਇਆ ਤਾਂ ਹੈ ਉਹਦੀ, ਅਸੀਂ ਬਾਹਰਲੀ ਦੇਹ ਨੂੰ ਕਾਇਆ ਕਹੀ ਜਾਂਦੇ। ਜਿੰਨੇ ਮਰਿਆਦਾ ਵਾਲੇ ਧਰਮ ਨੇ ਸਾਰੇ, ਇਹ ਜਿਹੜਾ ਸ਼ਬਦ ਰੂਪ ਹੈ, ਬੋਲ ਰਿਹਾ ਮਨ, ਉਹੀ ਤਾਂ ਰੂਪ ਹੈ ਉਹਦਾ। ਉਹ ਰੂਪ ਹੁਕਮ ਜਿਹੜਾ ਉਹ ਸੂਖਮ ਹੈ, ਸਾਡੀ ਮਨ ਬੁੱਧੀ ਦੀ ਪਕੜ ਤੋਂ ਪਰੇ ਹੈ। ਉਹਦਾ ਹੀ ਦਰਸ਼ਨ ਕਰਨਾ ਹੈ। ਸੂਖਮ ਮੂਰਤ, ਅਕਾਲ ਮੂਰਤ, ਉਹੀ ਤਾਂ ਮੂਰਤ ਹੈ ਉਹਦੀ।
ਪਰ ਆਪਣੇ ਵਰਗੀ ਨਹੀਂ ਹੈਗੀ। ਸੂਖਮ ਮੂਰਤ ਨਾਮ ਨਿਰੰਜਨ, ਆਪਾਂ ਜਪਜੀ ਸਾਹਿਬ ਵੀ ਰੋਜ਼ ਪੜ੍ਹਦੇ ਹਾਂ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ। ਮਨ ਕੋਈ ਦੇਖ ਲਓ, ਮੰਨ ਕੇ ਭਾਈ, ਪਹਿਲਾਂ ਇਹਨੂੰ ਸੁਣ ਲਓ, ਸਮਝ ਲਓ, ਫਿਰ ਮੰਨ ਕੇ ਦੇਖ ਲਓ। ਫਿਰ ਇਹ ਨਾਮ ਰੂਪੀ ਇਹ ਹੋ ਜਾਂਦਾ, ਕਲਪਨ ਰੂਪ ਜਿਹੜਾ ਸਾਡਾ ਹੁਕਮ ਹੈ ਸਮਾਪਤ ਹੋ ਜਾਂਦਾ। ਉਹੀ ਤਾਂ ਕਾਲ ਹੈ, ਉਹ ਖਤਮ ਹੋ ਜਾਂਦਾ ਵਾ। ਫਿਰ ਸਾਨੂੰ ਨਿਰੰਜਨ ਦੀ ਪ੍ਰਾਪਤੀ ਹੁੰਦੀ ਹੈ। ਫਿਰ ਅਸੀਂ ਦੇਵਲੋਕ ਚਲੇ ਜਾਂਦੇ ਹਾਂ। ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਉਹ ਨਾਮ ਹੁਕਮ, ਫਿਰ ਉਹਦਾ ਦਰਸ਼ਨ ਹੁੰਦਾ। ਉਹੀ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਹੈ। ਆਕਾਰ ਤਾਂ ਹੈ ਉਹਦਾ, ਪਰ ਸਾਡੇ ਵਰਗਾ ਥੋੜ੍ਹੀ ਹੈ। ਤਿੱਥੇ ਲੋ ਲੋ ਆਕਾਰ, ਜਿਵੇਂ ਜਿਵੇਂ ਹੁਕਮ ਤਿਵੇਂ ਤੇ ਵਿਕਾਰ, ਵੇਖੇ ਵਿਕਸੇ ਕਰ ਵਿਚਾਰ, ਨਾਨਕ ਕਥਨਾ ਕਰੜਾਸਾਰ। ਕਰੜਾਸਾਰ ਹੈ, ਕਥਨ ਨਹੀਂ ਭਾਈ, ਕਥਨ ਤੋਂ ਪਰੇ ਆ। ਜਿਹੜੇ ਗੁਰਸ਼ਬਦ ਦੀ ਕਮਾਈ ਕਰੂ, ਜੋ ਜੋ ਜਪੇ ਤਿਸ ਕੀ ਗਤ ਹੋਏ, ਉਹਦੀ ਗਤੀ ਨਾ ਹੋਵੇ ਕਦੇ ਵੀ ਨਹੀਂ ਹੋ ਸਕਦਾ। ਹੋਊਗੀ। ਚੌਂ ਵਰਨਾ ਕੋ ਉਪਦੇਸ਼ ਸਾਂਝਾ, ਕੋਈ ਵੀ ਜਪ ਸਕਦਾ ਵਾ। ਇੱਥੇ ਆਪਾਂ ਨੂੰ ਨਕਸ਼ਾ ਦਿਖਾਇਆ ਗੁਰੂ ਸਾਹਿਬਾਨਾਂ ਨੇ ਸੰਸਾਰ ਦੇ ਧਰਮਾਂ ਦਾ। ਜੋ ਉਸ ਟਾਈਮ ਸੀਗੇ ਯੋਗੀ ਵੀ ਆਪਦੇ ਆਪ ਨੂੰ ਬੜੀ ਉਪਲੱਬਧੀ ਮੰਨਦੇ ਸੀ, ਪਰ ਉਹ ਮਾਇਆਧਾਰੀ ਨਹੀਂ ਸੀਗੇ। ਮਾਇਆ ਤਾਂ ਉਹਨਾਂ ਨੇ ਤਿਆਗੀ ਹੋਈ ਸੀ, ਪਰ ਉਹਨਾਂ ਨੂੰ ਗਿਆਨ ਨਹੀਂ ਸੀ। ਇਸ ਕਰਕੇ ਸਦਗੋਸ਼ਟ ਗੁਰੂ ਸਾਹਿਬਾਨਾਂ ਨੇ ਕੀਤੀ ਉਹਨਾਂ ਨਾਲ। ਕਰਾਹੇ ਪਏ ਸੀ ਵਿਚਾਰੇ, ਮਾਇਆ ਨਹੀਂ ਸੀ ਇਕੱਠੀ ਕਰਦੇ ਉਹ। ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ, ਸਤੀਆਂ ਮਨ ਸੰਤੋਖ ਉਪਜੇ ਦੇਣੇ ਕੇ ਵਿਚਾਰ। ਸਤੀਆਂ ਧਰਮ ਦੇ ਵਿੱਚ ਆ ਕੇ ਜਦੋਂ ਆਪਾਂ ਸਮਝੀਏ, ਮਨ ਇਹ ਸੁਰ ਹੈ, ਅੰਤਰਾਤਮਾ ਦੀ ਜਿਹੜੀ ਆਵਾਜ਼ ਆ ਉਹ ਸੁਰ ਆ, ਉਹ ਦੇਵਤਾ ਵਾ। ਹੁਣ ਮਨ ਦੀ ਸੁਰ ਉਹਦੇ ਨਾਲ ਕਿਵੇਂ ਰਲੂ? ਇਹ ਦੈਂਤਾ ਹੈ, ਉਹ ਦੇਵਤਾ ਵਾ। ਪਰ ਇਹ ਸਰੀਰ ਕਰਕੇ ਦੇਵਤਾ ਬਣ ਜਾਂਦਾ ਹੈ। ਆਪਦੇ ਆਪ ਨੂੰ ਸੱਤਵਾਦੀ ਕਹਾਉਂਦਾ ਹੈ, ਸਰੀਰ ਕਰਕੇ ਹੁੰਦਾ। ਆਤਮਾ ਤੋਂ ਕੋਰਾ ਹੁੰਦਾ, ਝੂਠ ਬੋਲਦਾ ਵਾ। ਜਿਹੜੇ ਇਹ ਸੱਤਵਾਦੀ ਸੀਗੇ, ਉਹਨਾਂ ਦਾ ਨਕਸ਼ਾ ਦਿਖਾਇਆ ਸਤਿਗੁਰਾਂ ਨੇ। ਦੇਣ ਵਾਲੇ ਧਰਮ ਦੀ ਦੁਨੀਆ ਵਿੱਚ ਆ ਕੇ ਸਤੀਆਂ ਮਨ ਸੰਤੋਖ ਉਪਜੇ। ਸੱਚ ਨਾਲ ਸੰਤੋਖ ਤਾਂ ਪੈਦਾ ਹੁੰਦਾ, ਪਰ ਜੇ ਦੇਣੇ ਕੀ ਵਿਚਾਰ ਬਣਿਆ ਰਹੇ, ਜੋ ਸਾਨੂੰ ਗਿਆਨ ਹੋਇਆ, ਜੋ ਸਾਨੂੰ ਸਮਝ ਆਈ, ਉਹ ਸੱਚ ਬੋਲਿਆ ਜਾਵੇ। ਪਰ ਨਹੀਂ, ਅਸੀਂ ਕੀ ਕਰਦੇ ਹਾਂ? ਝੂਠ ਬੋਲਦੇ ਹਾਂ। ਤਾਂ ਬਾਣੀ ਨੇ ਸਾਨੂੰ, ਪੰਚਮ ਪਾਤਸ਼ਾਹ ਨੇ ਸਮਝਾਇਆ, ਧਰਮ ਕਰਮ ਪਖੰਡ ਜੋ ਦੀਸੇ, ਜਮ ਜਗਾਤੀ ਲੁੱਠੇ। ਸਾਰੇ ਸੰਸਾਰ 'ਚ ਜਿੰਨੇ ਵੀ ਅਸੀਂ ਮਰਿਆਦਾ ਦੇ ਅਨੁਸਾਰ ਕਰਦੇ ਹਾਂ, ਪੁੰਨ ਦਾਨ ਕਰਦੇ ਹਾਂ, ਸਾਰੇ ਅਸੀਂ ਫਸੇ ਹੋਏ ਹਾਂ। ਪਖੰਡ ਬਣ ਜਾਂਦਾ ਉਦੋਂ ਜਦੋਂ ਅਸੀਂ ਝੂਠ ਬੋਲਦੇ ਹਾਂ। ਜੇ ਚੱਲਦੇ ਰਹੀਏ ਫਿਰ ਆਪਦੇ ਘਰ ਪਹੁੰਚ ਜਾਵਾਂਗੇ। ਜਿਵੇਂ ਪਹਿਲਾਂ ਵੀ ਵਿਚਾਰ ਕੀਤੀ, ਆਪਾਂ ਸੂਰਜ ਕਰੀ ਨੂੰ ਚੱਲਾਂਗੇ ਰੋਜ਼, ਤਾਂ ਰੋਸ਼ਨੀ ਦੇ ਨੇੜੇ ਪਹੁੰਚ ਜਾਵਾਂਗੇ। ਫਿਰ ਇਵੇਂ ਜੇ ਹੁਕਮ ਦੇ ਮਗਰ ਚੱਲਾਂਗੇ, ਨਦੀਆਂ ਪਵੇ ਸਮੁੰਦਰਾਂ ਜਾਣੀਆਂ, ਆਪਦੇ ਘਰ ਪਹੁੰਚ ਜਾਵਾਂਗੇ। ਹੁਕਮ ਦਾ ਦਰਸ਼ਨ ਨਾ ਹੋਵੇ ਕਦੇ ਵੀ ਨਹੀਂ ਹੋ ਸਕਦਾ। ਪਰ ਅਸੀਂ ਚੱਲੇ ਹੀ ਉਲਟੇ ਰਾਹ। ਅਸੀਂ ਤਾਂ ਥੱਲੇ ਨੂੰ ਜਾ ਰਹੇ ਹਾਂ। ਪਰਮੇਸ਼ਰ ਦੇ ਤਨ ਗੁੱਠੜਾ ਪੈਰ ਕਿੱਥੇ ਰੱਖੇ? ਉਹ ਗਡੀਰਾ ਲੱਕੜ ਦਾ ਥੱਲੇ ਨੂੰ ਜਾ ਰਿਹਾ। ਬ੍ਰੇਕਾਂ ਤਾਂ ਉਹਦੀਆਂ ਹੈ ਹੀ ਨਹੀਂ। ਮਨ ਤਾਂ ਥੱਲੇ ਨੂੰ ਜਾ ਰਿਹਾ ਵਾ, ਲੋਭੀ ਹੈ। ਦੇ ਦੇ ਮੰਗੇ ਸੈਸਾਂ ਗੁਣਾ ਸੋਭ ਕਰੇ ਸੰਸਾਰ। ਜੇ ਸਾਡੇ ਮਨ ਦੇ ਵਿੱਚ ਫਿਰ ਇਹ ਆ ਜਾਵੇ, ਥੋੜ੍ਹਾ ਦਿੰਦੇ ਅਸੀਂ, ਮੰਗਦੇ ਹਾਂ ਹਜ਼ਾਰਾਂ ਗੁਣਾ। ਮੰਗਦੇ ਉਹ ਤੋਂ ਆ, ਸੋਭ ਸੰਸਾਰ ਕਰੇ। ਉੱਥੋਂ ਆ ਕੇ ਫਿਰ ਮਰਿਆਦਾ ਰਹਿ ਜਾਂਦੀ ਹੈ। ਸੱਚ ਸੱਤੋਂ ਗਾਇਬ ਹੋ ਜਾਂਦਾ ਹੈ। ਸੱਚ ਦੀ ਪ੍ਰਾਪਤੀ ਖਾਤਰ ਸਾਨੂੰ ਮੋਹ ਮਾਇਆ ਦਾ ਤਿਆਗ ਕਰਨਾ ਪਊ। ਸੱਚ ਦੀ ਪ੍ਰਾਪਤੀ ਸਾਨੂੰ ਤਾਂ ਹੋਣੀ ਹੈ। ਇਹ ਵਪਾਰ ਬਿਰਲਾ ਵਾਪਾਰੇ, ਨਾਨਕ ਤਾਂ ਕੇ ਸਦ ਬਲਿਹਾਰੇ। ਇਹ ਗੁਰਸਿੱਖ ਬਿਰਲੇ ਨੇ ਜਿਹੜੇ ਨਾਮ ਦਾ ਤਿਆਗ ਕਰਕੇ, ਉਹੀ ਤਾਂ ਆਪਣੇ ਕੋਲ ਬਾਣੀ ਪ੍ਰਗਟ ਰੂਪ ਗੁਰੂ ਭਗਤ ਸਾਹਿਬਾਨਾਂ ਦੀ, ਇਹ ਸੰਤ ਜਨਾਂ ਦੀ, ਭਗਤ ਜਨਾਂ ਦੀ ਬਾਣੀ। ਆਪਾਂ ਇਹਦੇ ਪਿੱਛੇ ਚੱਲਣਾ। ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾਂ ਕੀ ਸੇਵਾ ਲੱਗੇ। ਜੇ ਆਪਾਂ ਗੁਰੂ ਭਗਤਾਂ ਦਰਸਾਏ ਅਨੁਸਾਰ ਨਾ ਚੱਲੇ, ਆਪਾਂ ਨੂੰ ਤਾਂ ਹਲੇ ਸੰਸਾਰ 'ਚੋਂ ਛੁਟਕਾਰਾ ਨਹੀਂ ਹੋਇਆ। ਸਰੀਰ ਕਰਕੇ ਅਸੀਂ ਪੂਰਨ ਮੰਨਣ ਲੱਗ ਗਏ ਆਪਦੇ ਆਪ ਨੂੰ। ਮਰਿਆਦਾ ਦੇ ਵਿੱਚ ਪੂਰੇ ਕਾਇਮ ਆ ਅਸੀਂ। ਪੜ ਪੜ ਗੱਡੀ ਲੱਦੀਏ, ਮਨਾ ਵੀ ਕੀਤਾ ਗੁਰੂ ਨੂੰ, ਉਹੀ ਕੰਮ ਫੇਰ ਕਰਦੇ ਹਾਂ। ਜਿਹੜੇ ਵਿਚਾਰ 'ਚ ਆਉਣਗੇ ਨਿਕਲ ਜਾਣਗੇ, ਜਿਹੜੇ ਭਾਣੇ 'ਚ ਰਹਿਣਗੇ। ਚੇਤਾ ਪੜ੍ਹਿਆ ਤੇਤਾ ਕੜਿਆ ਆ ਜਾਣਾ ਆਪਾਂ ਨੂੰ ਅੱਗੇ। ਮਨ ਦੀ ਅਵਸਥਾ ਉਨੀ ਵਿਗੜ ਜਾਂਦੀ ਹੈ। ਇੰਨੇ ਪਾਠ ਕਰ ਲਏ ਮੈਂ, ਤੇਰੇ ਉਹਨਾਂ ਕਰ ਲਏ, ਮੈਨੂੰ ਇੰਨਾ ਯਾਦ ਹੈ, ਮੈਂ ਉੱਥੇ ਗਿਆ, ਮੈਂ ਆਹ ਕੀਤਾ, ਧਰਮ ਕਰਮ ਕੀਤਾ, ਮੈਂ ਨਿਸ਼ਕਾਮ ਸੇਵਾ ਕਰਦਾ। ਜਦ ਤੱਕ ਅਸੀਂ ਸਰੀਰ ਨਾਲ ਜੁੜੇ, ਨਿਸ਼ਕਾਮ ਸੇਵਾ ਹੋ ਹੀ ਨਹੀਂ ਸਕਦੀ। ਜਨਮ ਮਰਨ ਦਹੂ ਮੈਂ ਨਾਈ, ਜਨ ਪਰਉਪਕਾਰੀ ਆਏ। ਜਦ ਤੱਕ ਜੰਮਣ ਮਰਨ ਨਹੀਂ ਕੱਟਿਆ ਜਾਂਦਾ, ਸਵਾਰਥ ਕਿਵੇਂ ਚਲਿਆ ਜਾਊ ਸਾਡਾ?
ਨਹੀਂ ਜਾਂਦਾ। ਉਹੀ ਤਾਂ ਬਾਣੀ ਸਮਝਾ ਰਹੀ ਹੈ। ਇਹ ਮਰਿਆਦਾ ਤੋਂ ਉੱਪਰ ਉੱਠਣਾ, ਆਪਾਂ ਅੱਗੇ ਚੱਲਣਾ ਵਾ। ਦੇ ਦੇ ਮੰਗੇ ਸਹਿਸਾਂ ਗੁਣਾ ਸੋਭ ਕਰੇ ਸੰਸਾਰ, ਚੋਰਾਂ ਜਾਰਾਂ ਤੇ ਕੁੜਿਆਰਾਂ ਖਰਾਬਾਂ ਵੇਕਾਰ। ਧਰਮ ਦੇ ਵਿੱਚ ਆ ਕੇ ਖਰਾਬੀਆਂ ਕਰਦੇ ਆ, ਉਹਨਾਂ ਬਾਰੇ ਆਪਾਂ ਕੀ ਵਿਚਾਰ ਕਰਨੀ? ਸਤਿਗੁਰਾਂ ਨੇ ਨਹੀਂ ਕੀਤੀ ਤਾਂ ਆਪਾਂ ਕੀ ਕਰਨੀ? ਉਹ ਜਿਹੋ ਜਿਹਾ ਬੀਜਣਗੇ ਉਹਨਾਂ ਬਾਰੇ ਸਤਿਗੁਰਾਂ ਨੇ ਸਮਝਾਇਆ, ਪਾਉਣਗੇ ਭਾਈ। ਜਿਹਾ ਬੀਜੇ ਸੋ ਲੂਣਾ ਕਰਮਾਂ ਸੰਤਰਾ ਕੇ। ਉਹ ਆਪਣਾ ਵਿਸ਼ਾ ਨਹੀਂ ਹੈਗਾ, ਇਹ ਕੁਦਰਤ ਦਾ ਵਿਸ਼ਾ ਹੈ। ਉਹਨੂੰ ਕੀ ਸਜ਼ਾ ਦੇਣੀ ਹੈ ਇਹ ਤਾਂ ਮਾਲਕ ਜਾਣਦਾ ਵਾ। ਸਾਡਾ ਵਿਸ਼ਾ ਕੀ ਹੈ? ਜੋ ਗੁਰੂ ਭਗਤ ਸਾਹਿਬਾਨਾਂ ਨੇ ਸਾਨੂੰ ਸੰਸਾਰ ਦੇ ਧਰਮਾਂ ਦਾ, ਮਰਿਆਦਾ ਦਾ ਨਕਸ਼ਾ ਦਿਖਾਇਆ, ਅਸੀਂ ਉਹ ਤੋਂ ਗਾਂਹ ਚੱਲਣਾ ਵਾ। ਜਿਵੇਂ ਉਹਨਾਂ ਨੇ ਸਾਰੇ ਧਰਮਾਂ ਨੂੰ ਦਿਖਾਇਆ, ਗੁਰੂ ਪਾਤਸ਼ਾਹ ਨੇ, ਤਾਂ ਅਸੀਂ ਵੀ ਗੁਰੂ ਪਾਤਸ਼ਾਹ ਦੇ ਸਿੱਖ ਹਾਂ। ਅਸੀਂ ਵੀ ਉਹਨਾਂ ਦੇ ਪਿੱਛੇ ਚੱਲਣਾ, ਫਿਰ ਅਸੀਂ ਪਾਰ ਪਹੁੰਚ ਜਾਵਾਂਗੇ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਮਾਇਆ ਤੋਂ ਪਾਰ ਹੈ ਆਤਮਾ ਦਾ ਪ੍ਰੀਤਮ ਹਰ। ਉਹ ਜੰਮਣ ਮਨ 'ਚ ਨਹੀਂ ਆਉਂਦਾ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈਂ ਗੱਲ ਚੰਗੀ। ਜਦੋਂ ਮਨ ਭਾਣੇ 'ਚ ਆ ਜਾਂਦਾ ਹੈ ਫਿਰ ਉਹਦੀ ਪ੍ਰਾਪਤੀ ਹੁੰਦੀ ਹੈ। ਬੁੱਧੀ ਮਨ ਨੂੰ ਜਿੱਤ ਕੇ ਫਿਰ ਜਾਂਦੀ ਹੈ, ਨਹੀਂ ਮਨ ਨਹੀਂ ਜਾਣ ਦਿੰਦਾ ਹੈਗਾ। ਪਿੱਛੇ ਵੀ ਆਪਾਂ ਵਿਚਾਰਿਆ, ਇਹ ਗੋਪੀ ਨੂੰ ਜਾਣ ਨਹੀਂ ਦਿੰਦਾ ਹੈਗਾ। ਗੋਪੀ ਘੜੀ ਜਾਣੀ ਅੱਗੇ ਜਾ ਕੇ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਸ਼ਬਦ ਨਾਲ ਘੜੀ ਜਾਂਦੀ ਹੈ। ਐਸੀ ਸ਼ਬਦ ਦੀ ਘਾੜਤ ਹੈ, ਸਾਨੂੰ ਪਤਾ ਹੀ ਨਹੀਂ ਲੱਗਦਾ, ਅਸੀਂ ਆਪਦੇ ਘਰ ਪਹੁੰਚ ਜਾਂਦੇ ਹਾਂ। ਘੜੀਏ ਸ਼ਬਦ ਸੱਚੀ ਟਕਸਾਲ ਅੱਗੇ ਆ ਜਾਣਾ ਆਪਾਂ ਨੂੰ। ਜਪਜੀ ਸਾਹਿਬ ਤੋਂ ਬਾਅਦ 'ਚ ਆਉਂਦਾ ਹੈ। ਕੌਣ ਘੜਦੇ ਨੇ ਸੱਚ ਦੇ? ਆਪਦੇ ਆਪ ਨੂੰ ਉਹ ਗੁਰਸਿੱਖ ਕੱਢਦੇ ਨੇ ਭਾਈ। ਗੁਰ ਸ਼ਬਦ ਦੀ ਕਮਾਈ ਕਰਦੇ ਨੇ, ਆਪਦੀਆਂ ਕਮੀਆਂ ਦੂਰ ਕਰਦੇ ਨੇ। ਸਤਿਗੁਰਾਂ ਨੇ ਵਿਚਾਰ ਨਹੀਂ ਕੀਤੀ, ਚੋਰਾਂ ਜਾਰਾਂ ਤੇ ਕੁੜਿਆਰਾਂ ਖੁਰਾਬਾਂ ਵੇਕਾਰ। ਇੱਕ ਹੁੰਦਾ ਖਾਏ ਚੱਲੇ ਐ ਥਾਊ, ਤਿੰਨਾ ਪੀ ਕਾਈ ਕਾਰ। ਇਹ ਆਪਣੀ ਹੋਂਦ ਦੀ ਗੱਲ ਆ ਗਈ। ਆਮ ਸੰਸਾਰ ਦੇ ਵਿੱਚ ਇਹ ਗੱਲ ਰਹਿੰਦੀ ਹੈ ਵੀ ਇਹਦੇ ਮਗਰ ਇੰਨੀ ਦੁਨੀਆ ਕਿਉਂ ਆ ਭਾਈ? ਖਾਤੇ ਦੇ ਪਿੱਛੇ ਲੋਕ ਲੱਗ ਜਾਂਦੇ, ਅਸੀਂ ਅਗਿਆਨੀ ਹੁੰਦੇ ਹਾਂ, ਲੱਗ ਜਾਂਦੇ ਹਾਂ। ਉਹ ਜਿੰਨੀ ਕੁ ਅਕਲ ਉਹਨੇ ਇਕੱਠੀ ਕੀਤੀ ਸੀ ਭਾਈ, ਉਹ ਤਾਂ ਸੀ ਉਹਦੇ ਪਿੱਛੇ। ਉਹ ਅਕਲ ਗਵਾ ਕੇ ਚਲੇ ਜਾਂਦੇ ਨੇ। ਆਹੀ ਸਤਿਗੁਰ ਸਮਝਾਉਂਦੇ ਨੇ, ਇੱਕ ਹੁੰਦਾ ਖਾਏ ਚੱਲੇ। ਸੀਗੀ ਕਮਾਈ ਕੀਤੀ, ਦੋਨੇ ਹੱਥ ਝਾੜ ਕੇ ਚਲੇ ਜਾਂਦੇ ਆ ਇੱਥੋਂ। ਦੇਖਦੇ ਹੀ ਇੰਨਾ ਕੁ ਤਾਂ ਆਪਾਂ ਨੂੰ ਗਿਆਨ ਹੈ। ਇਹ ਉਹਨਾਂ ਬਾਰੇ ਸਤਿਗੁਰ ਸਮਝਾ ਰਹੇ ਨੇ ਜਿਨ੍ਹਾਂ ਪਿੱਛੇ ਦੁਨੀਆ ਲੱਗ ਜਾਂਦੀ ਹੈ, ਪ੍ਰਭਾਵਿਤ ਹੋ ਜਾਂਦੀ ਹੈ, ਭਾਵੁਕ ਹੋ ਜਾਂਦੀ ਹੈ, ਭੇਖ ਦੇ ਵਿੱਚ ਲੋਕ ਹੁਣ ਪਿੱਛੇ ਲਾ ਲੈਂਦੇ ਨੇ। ਇਹ ਸਤਿਗੁਰਾਂ ਨੇ ਆਪਾਂ ਨੂੰ ਉਹਨਾਂ ਦਾ ਨਕਸ਼ਾ ਦਿਖਾਇਆ। ਇੱਕ ਹੁੰਦਾ ਖਾਏ ਚੱਲੀਏ ਥਾਊ, ਤਿੰਨਾ ਪਿਕਾਈ ਕਾਰ। ਜਲ ਥਲ ਜੀਆਂ ਪੂਰੀਆਂ ਲੋਆਂ ਅਕਾਰਾ ਅਕਾਰ। ਉਹੇ ਜੀ ਆਖੈਂ ਸੂ ਤੂੰ ਹੈ ਜਾਣੇ, ਤਿੰਨਾ ਵੀ ਤੇਰੀ ਸਾਰ। ਜਲਾਂ ਦੇ ਥਲਾਂ ਦੇ ਵਿੱਚ ਜਿੱਥੇ ਵੀ ਕੋਈ ਜੋਤ ਹੈ, ਉਹ ਸਾਰਿਆਂ ਦੀ ਜਾਣਦਾ ਵਾ, ਸਾਰਿਆਂ ਦੀ ਖੁਰਾਕ ਦਿੰਦਾ ਵਾ। ਅਸੀਂ ਜਾਣਦੇ ਹਾਂ, ਪਰ ਫਿਰ ਵੀ ਅਸੀਂ ਵੱਡੇ ਬਣ ਜਾਂਦੇ ਹਾਂ। ਸਾਡੇ ਸਰੀਰ ਦੇ ਵਿੱਚ ਕਿੰਨੇ ਕੀੜੇ ਨੇ, ਕਾਤੇ ਪਾਏ ਨੇ, ਕਿਵੇਂ ਰੱਖੇ ਨੇ, ਕਿਵੇਂ ਪੈ ਜਾਂਦੇ ਨੇ, ਉਹਨਾਂ ਦੀ ਕੀ ਖੁਰਾਕ ਆ ਅਸੀਂ ਦੇ ਦਾਂਗੇ। ਉਹਨਾਂ ਦੀ ਕਿਹੜੀ ਭਾਸ਼ਾ ਅਸੀਂ ਸਮਝ ਲਾਂਗੇ, ਫਿਰ ਵੀ ਉਹਦੀ ਬਰਾਬਰੀ ਕਰਦੇ ਹਾਂ ਅਸੀਂ ਦਾਤੇ ਦੀ। ਲਾਜ ਮਰੇ ਜੋ ਨਾਮ ਨਾ ਲੇਵੇ। ਸਤਿਗੁਰ ਸਮਝਾਉਂਦੇ ਆ, ਜਿਹੜੇ ਨਾਮ ਦੀ ਪ੍ਰਾਪਤੀ ਨਹੀਂ ਕਰਕੇ ਜਾਂਦੇ, ਸ਼ਰਮ ਨਹੀਂ ਮਰ ਜਾਂਦੇ ਨੇ। ਹੁਕਮ ਦਾ ਦਰਸ਼ਨ ਤਾਂ ਹੋਊਗਾ ਹੀ, ਹੁਕਮ ਤੋਂ ਬਿਨਾਂ ਤਾਂ ਜਨਮ ਹੁੰਦਾ ਹੀ ਨਹੀਂ ਹੈਗਾ। ਜਿੱਥੋਂ ਆਉਂਦਾ ਉੱਥੇ ਜਾ ਕੇ ਫਿਰ ਪਹੁੰਚ ਜਾਂਦਾ ਵਾ। ਜੰਮਣ ਮਰਨ ਦਾ ਗੇੜਾ ਕੱਟ ਕੇ ਆਉਂਦਾ, ਕਹਿੰਦਾ ਗਲਤੀ ਕਰਨੀ ਨਹੀਂ। ਹੂੰ ਆਇਆ ਦੂਰੋਂ ਚੱਲ ਕੇ ਤੱਕੀ ਤੋਂ ਸਰਨਾਈ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰੇ ਸਭੋ ਦੁੱਖ ਗਵਾਏ। ਜੋ ਇੱਥੇ ਆ ਕੇ ਫਿਰ ਭੁੱਲ ਜਾਂਦਾ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਕਿਹਨੇ ਭੁਲਾ ਤਾ ਮਾਇਆ ਨੇ ਐਸਾ ਖੇਲ ਰਚਾਇਆ। ਮਾਇਆ ਅਗਨ ਇੱਕੋ ਜੀ, ਕਰਤੇ ਖੇਲ ਰਚਾਇਆ। ਕਰਤੇ ਨੇ ਜਿਹਨੇ ਖੇਲ ਰਚਾਇਆ, ਉਹਦੇ ਅੱਗੇ ਹੱਥਾਂ ਜੋੜੀ ਕਹਿੰਦੀ ਹੈ ਬਾਣੀ ਕਰਨ ਨੂੰ। ਅਸੀਂ ਮਾਇਆ ਅੱਗੇ ਹੱਥ ਜੋੜੀ ਕਰਦੇ ਹਾਂ। ਚੇਰੀ ਕੀ ਸੇਵਾ ਕਰੇ ਠਾਕਰ ਨਹੀਂ ਦੀਸੇ। ਠਾਕਰ ਦੀਂਦਾ ਨਹੀਂ ਭਾਈ, ਕੀ ਕਰੇ ਹੁਣ? ਠਾਕਰ ਦਾ ਦਰਸ਼ਨ ਕਰਨਾ ਜਿਹਨੇ ਸਾਰੀ ਸ੍ਰਿਸ਼ਟੀ ਠਾਕੀ ਹੋਈ ਹੈ। ਤੁਮ ਠਾਕਰ ਤੁਮ ਪੇ ਅਰਦਾਸ। ਠਾਕਰ ਕੋਈ ਬੰਦੇ ਦਾ ਨਾਂ ਨਹੀਂ ਹੈਗਾ, ਉਹ ਨਾਮ ਦਾ, ਹੁਕਮ ਦਾ, ਜਿਹਨੇ ਸਾਰੀ ਸ੍ਰਿਸ਼ਟੀ ਬੰਨ੍ਹ ਕੇ ਰੱਖੀ ਹੈ। ਚੰਦਰਮਾ ਸੂਰਜ ਨੂੰ, ਧਰਤੀਆਂ, ਸਾਰੇ ਜੀਵ, ਚਾਰੇ ਖਾਣੀਆਂ, ਉਹ ਹੈ ਨਾਮ। ਉਹਦਾ ਦਰਸ਼ਨ ਕਰਨਾ ਹੈ ਭਾਈ ਆਪਾਂ। ਤਾਂ ਪਿੱਛੇ ਲੱਗਦੇ ਆ ਭਾਈ ਉਹਨਾਂ ਦੇ। ਦੇਖ ਲਓ ਤੁਸੀਂ ਵੀ ਇਹ ਗਲਤੀ ਨਾ ਕਰ ਲਿਓ ਵੀ ਇਹਨਾਂ ਦੇ ਮਗਰ ਲੱਗਦੇ ਆਪਾਂ ਵੀ ਭੇਖ ਕਰਕੇ ਲੋਕਾਂ ਨੂੰ ਪਿੱਛੇ ਲਾਈਏ, ਫਿਰ ਦੁਬਾਰਾ ਨਹੀਂ ਮਿਲਣਾ ਜਨਮ। ਇਹ ਜਿਹੜੇ ਸਾਡੇ ਗਿਆਨ ਅੰਦਰਾਂ ਤੋਂ ਪਕੜ ਤੋਂ ਪਰੇ ਹੈ, ਅਸੀਂ ਉਹਦੇ ਬਾਰੇ ਬਹੁਤ ਝੂਠ ਬੋਲਦੇ ਹਾਂ। ਝੂਠ ਬੋਲਣ ਕਰਕੇ ਸੰਸਾਰ ਸਾਡੇ ਪਿੱਛੇ ਲੱਗ ਜਾਂਦਾ, ਕਿਉਂਕਿ ਝੂਠ ਦਾ ਰਾਜ ਹੈ ਇੱਥੇ।
ਉੱਥੇ ਸੱਤ ਚੱਲਦਾ, ਇੱਥੇ ਝੂਠ ਚੱਲਦਾ ਹੈ। ਕੂੜ ਰਾਜਾ ਕੂੜ ਪਰਜਾ, ਉਹ ਇੱਕ ਦੋ ਗੱਲਾਂ ਸਾਡੀਆਂ ਸੱਚ ਹੋ ਜਾਂਦੀਆਂ, ਲੋਕ ਪਿੱਛੇ ਲੱਗ ਜਾਂਦੇ ਆ, ਫਿਰ ਹੰਕਾਰ ਵੱਧਦਾ ਚਲਿਆ ਜਾਂਦਾ ਹੈ। ਗਰਭ ਗੰਜਨ ਦੁਸ਼ਟ ਭੰਜਨ, ਫਿਰ ਗਰਭ 'ਤੇ ਤਾਂ ਮਾਰ ਪਊਗੀ ਭਾਈ, ਹੰਕਾਰ 'ਤੇ ਤਾਂ ਚੋਟ ਪੈਣੀ ਆ। ਜਿਹੜੇ ਮੰਨ ਲੈਂਦੇ ਨੇ ਮੰਨੇ ਮੂੰਹ ਚੋਟਾਂ ਨਾ ਖਾਏ, ਉਹਨਾਂ ਨੂੰ ਚੋਟ ਨਹੀਂ ਪੈਂਦੀ, ਉਹ ਆਪਦੇ ਘਰ ਚਲੇ ਜਾਂਦੇ ਨੇ। ਮੰਨੇ ਜੰਮ ਕੇ ਸਾਥ ਨਾ ਜਾਏ, ਉਹਨਾਂ ਨੂੰ ਜੰਮ ਛੱਡ ਜਾਂਦੇ ਨੇ ਭਾਈ। ਐਸਾ ਨਾਮ ਨਿਰੰਜਨ ਹੋਏ, ਮੰਨਣ ਨਾਲ ਕਿੰਨਾ ਬਦਲਾਅ ਆ ਗਿਆ ਸਾਡਾ ਜੀਵਨ ਬਦਲ ਗਿਆ। ਅਸੀਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਪਹੁੰਚ ਗਏ, ਆਪਣੇ ਦੇਵ ਲੋਕ ਪਹੁੰਚ ਗਏ, ਉਹਨਾਂ ਦੀ ਰਹਿਮਤ ਹੋ ਗਈ ਸਾਡੇ 'ਤੇ, ਸਾਡਾ ਜੀਵਨ ਹੀ ਬਦਲ ਗਿਆ। ਕੌਣ ਬਦਲੂਗਾ? ਇਹ ਕੋਈ ਨਹੀਂ ਬਦਲ ਸਕਦਾ। ਐਸੇ ਗੁਰ ਕੋ ਭਲ ਭਲ ਜਾਈਏ, ਆਪ ਮੁਕਤ ਮੋਹਿ ਤਾਰੇ। ਜਲ ਥਲ ਪੂਰੀਆਂ ਲੋਆਂ ਆਕਾਰਾ ਆਕਾਰ, ਜਿੱਥੇ ਵੀ ਜੋਤ ਹੈ ਉਹ ਸਾਰਿਆਂ ਦੀ ਜਾਣਦਾ ਵਾ, ਸਾਰਿਆਂ ਦੀ ਖੁਰਾਕ ਉਹ ਦਿੰਦਾ ਵਾ। ਪਿਤ ਪਾਲੇ ਜੀਵਨ ਬਹੁ ਭਾਤੀ, ਜਿਵੇਂ ਬਣਾਏ ਨੇ ਉਵੇਂ ਪਾਲਣਾ ਕਰਦਾ ਹੈ। ਕੁਦਰਤ ਸਰਬ ਪਿਆਰ, ਪਿੱਛੇ ਵਿਚਾਰ ਕੀਤੀ ਸੀ ਆਪਾਂ, ਸਾਰਿਆਂ ਨੂੰ ਪ੍ਰੇਮ ਕਰਦਾ, ਤਾਈਆਂ ਤੋਂ ਸਾਰਿਆਂ ਨੂੰ ਜਿਹੇ ਜੀ ਭੁੱਖ ਉਹੋ ਜੀ ਖੁਰਾਕ ਦਿੰਦਾ ਵਾ। ਦੇ ਦੋ ਕੋਈ ਐਸਾ ਸੰਸਾਰ 'ਚ ਬੰਦਾ ਹੈਗਾ, ਪਰ ਫਿਰ ਵੀ ਅਸੀਂ ਦਾਤੇ ਬਣ ਜਾਂਦੇ ਹਾਂ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਟੋਟ ਨਾ ਆਵੀ, ਅਗਨਤ ਭਰੇ ਭੰਡਾਰ। ਕੋਈ ਨਹੀਂ ਪੈਦਾ ਹੋਇਆ, ਇੱਕ ਹੀ ਹੈ ਭਾਈ, ਇੱਕੋ ਸਿਮਰੀਏ ਨਾਨਕਾ, ਦੂਜਾ ਕਾਹੇ ਕੋ। ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗਾਂਤਰ ਖਾਈ। ਜਦ ਦੀ ਸ੍ਰਿਸ਼ਟੀ ਸ਼ੁਰੂ ਹੋਈ ਹੈ, ਜੁਗ ਸਮਾਂ ਸ਼ੁਰੂ ਹੋਇਆ, ਆਈ ਜਾ ਰਹੇ ਨੇ ਜੀਵ, ਜਾ ਰਹੇ ਨੇ, ਆ ਰਹੇ ਨੇ, ਥੱਕ ਕੇ ਚਲੇ ਜਾਂਦੇ ਨੇ। ਪਿੱਛੇ ਵੀ ਆਪਾਂ ਵਿਚਾਰਿਆ, ਜੇ ਜਰਵਾਣਾ ਪਰ ਹਰੇ, ਜਰਾ ਰੋਗ ਹੈ ਇਹਨੂੰ ਭਾਈ, ਕਿੱਡਾ ਵੀ ਯੋਧਾ ਹੋਵੇ ਖਾ ਜਾਂਦੀ ਹੈ ਜਰਾ ਰੋਗ ਇਹਨੂੰ, ਬੁੱਧ ਵੱਲ ਜਵਾਬ ਦੇ ਜਾਂਦੀ ਹੈ। ਅਤ ਸੂਰਾ ਜੇ ਕਉ ਕਹਾਵੈ, ਵੱਡਾ ਸ਼ੋਰਮਾ ਕਹਾਉਂਦਾ, ਕਹਿੰਦੇ ਸੁਖਮਨੀ ਸਾਹਿਬ ਸਤਿਗੁਰ ਸਮਝਾਉਂਦੇ ਆ, ਪ੍ਰਭ ਕੀ ਕਲਾ ਬਿਨ ਕਹਿਤਾ ਵੇ, ਉੱਠ ਕੇ ਦਿਖਾਵੇ। ਫਿਰ ਵੀ ਨਹੀਂ ਸਮਝਦੇ, ਅਸੀਂ ਅਗਿਆਨੀ ਹੈ। ਉਹੀ ਤਾਂ ਸਮਝਣਾ ਭਾਈ, ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਉਹ ਧਰਮਾਂ ਦਾ ਜੋ ਪ੍ਰਚਲਿਤ ਚੱਲਦੇ ਸੀ, ਉਹਨਾਂ ਦਾ ਨਕਸ਼ਾ ਦਿਖਾਇਆ ਦਾਤੇ ਨੇ ਆਪਾਂ ਨੂੰ। ਆਪਾਂ ਕਿੱਥੇ ਚੱਲਣਾ ਹੈ? ਆਪਾਂ ਗੁਰੂਆਂ ਦੇ ਪਿੱਛੇ ਚੱਲਣਾ। ਬਾਂਹ ਪਕੜ ਗੁਰ ਕਾਢਿਆ, ਸੋਈ ਉਤਰਿਆ ਪਾਰ, ਆਪਾਂ ਪਾਰ ਨਿਕਲ ਜਾਣਾ ਵਾ। ਕਿਵੇਂ? ਨਦੀਆਂ ਪਵੇ ਸਮੁੰਦ ਨਾ ਜਾਣੀਏ। ਉਹ ਜੇ ਆਖੇ ਸੂ ਤੂੰ ਹੈ ਜਾਣੇ, ਤਿੰਨਾ ਵੀ ਤੇਰੀ ਸਾਰ, ਉਹਨਾਂ ਨੂੰ ਵੀ ਉਹੀ ਸਾਰ ਹੈ, ਉਹਨਾਂ ਨੂੰ ਵੀ ਉਹੀ ਦਿੰਦਾ ਵਾ। ਅਸੀਂ ਤਾਂ ਸੋਚ ਵੀ ਨਹੀਂ ਸਕਦੇ ਕਿੱਥੇ ਕਿੱਥੇ ਜੀਅ ਪੈਦਾ ਕੀਤੇ ਹੋਏ ਨੇ, ਸਾਡੀ ਬੁੱਧੀ ਦਾ ਵਿਸ਼ਾ ਹੀ ਨਹੀਂ, ਫਿਰ ਵੀ ਬਰਾਬਰੀ ਜ਼ਰੂਰ ਅਸੀਂ ਉਹਦੀ ਕਰਦੇ ਹਾਂ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਨਾਨਕ ਭਗਤਾਂ ਭੁੱਖ ਸਰਾਣ, ਸੱਚ ਨਾਮ ਆਧਾਰ। ਭਗਤਾਂ ਦਾ ਆਧਾਰ ਕੀ ਹੈ? ਸੱਚ ਦਾ ਜਸ। ਉਹ ਨਾਮ ਦੀ ਪ੍ਰਾਪਤੀ ਕਰਦੇ, ਉਹ ਆਪਣੇ ਕੋਲ ਪ੍ਰਗਟ ਰੂਪ ਬਾਣੀ ਹੈ, ਸਰੀਰ ਕਰਕੇ ਤਾਂ ਨਹੀਂ ਹੈਗੇ, ਜੋਤ ਕਰਕੇ ਹੁਣ ਵੀ ਸੱਚਖੰਡ ਬੈਠੇ ਨੇ। ਭੱਟ ਕਹਿੰਦੇ ਨੇ ਕੌਣ ਕਹਿਓ ਗੁਰ ਮੂੰਹੋਂ, ਪਰ ਹੁਣ ਜਿਨ੍ਹਾਂ ਨੂੰ ਦੀਂਦਾ ਨਹੀਂ ਉਹ ਕੀ ਕਰਨ ਵਿਚਾਰੇ, ਜਿਨ੍ਹਾਂ ਨੂੰ ਦੇਖਿਆ ਉਹਨਾਂ ਨੇ ਦੱਸਤਾ ਭਾਈ। ਆਪਾਂ ਵੀ ਦੇਖਣਾ ਵਾ। ਭਗਤਾਂ ਦੇ ਅੰਦਰ ਇਹ ਭੁੱਖ ਹੁੰਦੀ ਹੈ, ਨਾਨਕ ਭਗਤਾ ਭੁੱਖ ਸਲਾਉਣ, ਸੱਚ ਨਾਮ ਆਧਾਰ। ਉਹਨਾਂ ਦੀ ਭੁੱਖ ਤਾਂ ਪੂਰੀ ਹੁੰਦੀ ਹੈ ਕੁਦਰਤ ਦਾ ਜਸ ਕਰਕੇ। ਮਾਇਆ ਦਾ ਆਧਾਰ ਜਿਹੜਾ ਹੁੰਦਾ ਉਹ ਸਰੀਰ ਦਾ ਹੁੰਦਾ ਭਾਈ, ਆਤਮਾ ਦਾ ਨਹੀਂ ਹੁੰਦਾ। ਆਤਮਾ ਦਾ ਹੰਕਾਰ ਵੱਧਦਾ ਚਲਿਆ ਜਾਂਦਾ, ਉੱਥੋਂ ਭੁਲੇਖੇ ਖਾ ਗਏ ਨਾ ਆਪਾਂ। ਗਤੀ ਆਤਮਾ ਦੀ ਹੋਣੀ, ਸਰੀਰ ਦੀ ਕਰਤੀ। ਸਰੀਰ ਦੀ ਕਿਰਿਆ ਸੋਧਦੇ ਨੇ ਆਪਦੇ ਧਰਮ ਆਪਣੇ ਅਨੁਸਾਰ। ਕੋਈ ਦਫਨਾ ਦਿੰਦਾ ਹੈ, ਕੋਈ ਅਗਨ ਭੇਟੀ ਕਰ ਦਿੰਦਾ ਹੈ, ਕੋਈ ਪਾਣੀ ਸਿੱਟ ਦਿੰਦਾ ਹੈ। ਉਹ ਸਮਝਣਾ ਸੀਗਾ ਨਾਨਕ ਭਗਤਾ ਭੁੱਖ ਸਲਾਣ, ਸੱਚ ਨਾਮ ਆਧਾਰ। ਸੱਚ ਦਾ ਆਧਾਰ ਹੁੰਦਾ ਉਹਨਾਂ ਦਾ, ਸੱਚ ਨਾਲ ਫਿਰ ਭੁੱਖ ਰਹਿੰਦੀ ਨਹੀਂ ਕੋਈ। ਸਭ ਇੱਛਾ ਪੂਰੀਆਂ ਜਾਂ ਪਾਇਆ ਗਮਾਂ ਕਾ ਪਾਰਾ। ਜਿਹੜਾ ਮਨ ਬੁੱਧੀ ਦੀ ਪਕੜ ਤੋਂ ਪਰੇ ਸੀ, ਜਦੋਂ ਉਹੀ ਪਾ ਲਿਆ, ਕੀ ਰਹਿ ਗਿਆ ਫਿਰ? ਦੁਨੀਆ ਦਾ ਮਾਲਕ ਹੀ ਪਾ ਲਿਆ। ਉਹ ਹੁਕਮ ਨਿਰੰਕਾਰ ਕੇ ਦੇਸ਼ ਚਾਹੇ ਤਾਂ ਸੁੱਖ ਲਹਿ ਮਲ। ਫਿਰ ਇਹ ਜੀਵ ਆਤਮਾ ਸੰਸਾਰ 'ਚੋਂ ਗੇੜਾ ਕੱਟ ਕੇ ਚਲੀ ਜਾਂਦੀ ਹੈ ਵਾਪਸ ਆਪਦੇ ਘਰ। ਆਪਾਂ ਵੀ ਪਹੁੰਚਣਾ ਵਾ। ਸਦਾ ਆਨੰਦ ਰਹੇ ਦਿਨ ਰਾਤੀ, ਗੁਣਵੰਤਿਆਂ ਪਾਸਾਰ। ਸਦਾ ਆਨੰਦ ਬਣਿਆ ਰਹਿੰਦਾ ਭਗਤ ਗੁਰਸਿੱਖਾਂ ਦੇ ਅੰਦਰ। ਗੁਣਵੰਤਿਆਂ ਦੀ ਬਾਣੀ ਹੈ ਭਾਈ, ਪਾਸਾਰ ਉਹਨਾਂ ਦੇ ਚਰਨਾਂ ਨਾਲ ਜੁੜੇ ਰਹਿਣਾ, ਉਹਨਾਂ ਦੀ ਧੂੜ ਲੈਣੀ। ਇਹ ਧੂੜ ਹੈ ਗਿਆਨ। ਨਾਨਕ ਮੋਕੋ ਕਰ ਸੰਤਨ ਕੀ ਧੂਰੇ। ਸੰਤ ਦਾ ਗਿਆਨ ਹੈ ਭਾਈ, ਸੰਤ ਕਾ ਮਾਰਗ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਬੜਭਾਗੀ ਪਾਵੇ। ਵੱਡੇ ਭਾਗਾਂ ਵਾਲੇ ਪਾਉਂਦੇ ਨੇ ਇਹਨੂੰ, ਇਹ ਪ੍ਰਾਪਤ ਕਰਨਾ। ਆਪਾਂ ਰੋਜ਼ ਰਹਿ ਰਸ ਵੀ ਪੜ੍ਹਦੇ ਹਾਂ, ਕਰੋ ਬਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਕਦੋਂ ਫਿਰ ਸੰਤ ਦਾ ਦਰਸ਼ਨ ਕਰਾਂਗੇ ਭਾਈ? ਉਹ ਬਾਹਰਲੀ ਗੱਲ ਨਹੀਂ ਭਾਈ, ਭੇਖ ਦੀ ਗੱਲ ਨਹੀਂ ਭਾਈ,
ਉਹ ਸੱਚ ਦੀ ਦੁਨੀਆ ਦੀ ਗੱਲ ਹੈ, ਸੰਤ ਲੋਕ ਦੀ ਗੱਲ ਹੈ। ਨਾਨਕ ਵੱਧਾ ਕਰ ਤਹਾਂ ਜਹਾਂ, ਮਿਰਤ ਨਾ ਜਨਮ ਜਰਾ। ਆਓ ਸਾਰੇ ਮਿਲ ਕੇ ਭਾਈ ਆਪਾਂ ਵੀ ਆਪਦੇ ਘਰ ਪਹੁੰਚੀਏ, ਇਹ ਮਰਿਆਦਾ ਤੋਂ ਉੱਪਰ ਉੱਠ ਕੇ ਗੁਰਸ਼ਬਦ ਦੀ ਕਮਾਈ ਕਰੀਏ, ਆਪਦੇ ਘਰ ਪਹੁੰਚੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।